ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਤੀਜੇ ਕਾਂਡ ਦਾ 6ਵਾਂ ਭਾਗ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। 7ਵਾਂ ਭਾਗ ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ ਅਤੇ 8ਵਾਂ ਭਾਗ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਸੱਚੇ ਪਾਤਸ਼ਾਹ ਜੀਓ, ਅਸੀਂ ਗ੍ਰਸਤੀ ਹਾਂ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਸਾਧ ਸੰਤ ਦਾ ਅਥਵਾ ਦੇਹਧਾਰੀ ਗੁਰੂ ਦੇ ਮੁਹਤਾਜ ਨਹੀਂ ਹੋਣਾ। ਇਹ ਗੱਲ ਤਾਂ ਸਮਝ ਵਿੱਚ ਆ ਗਈ, ਪਰ ਜੇ ਪ੍ਰਭੂ ਤੋਂ ਵੀ ਨਾ ਮੰਗੀਏ ਤਾਂ ਹੋਰ ਕਿਸ ਕੋਲ ਆਪਣੇ ਦੁੱਖੜੇ ਰੋਈਏ। ਸਤਿਗੁਰੂ ਜੀ, ਸਾਨੂੰ ਅਲੜਾਂ ਨੂੰ ਇਹ ਗੱਲ ਤਾਂ ਸਮਝਾ ਦਿਓ ਕਿ ਅਸੀਂ ਆਪਣੀਆਂ ਮੰਗਾਂ ਲੈ ਕੇ ਆਪਣੇ ਸਿਰਜਣਹਾਰ ਦੇ ਚਰਨਾਂ ਵਿੱਚ ਵੀ ਕਿਸ ਕਾਰਨ ਨਾ ਜਾਈਏ। ਸਾਡੇ ਅਜਿਹੇ ਪ੍ਰਸ਼ਨਾਂ ਦਾ ਸਿੱਧਾ ਤੇ ਸਪਸ਼ਟ ਉੱਤਰ ਗੁਰਬਾਣੀ ਤੋਂ ਇਸ ਪ੍ਰਕਾਰ ਮਿਲਦਾ ਹੈ। ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ, ਆਖਣ ਤਾਕੋ ਜਾਈਐ ਜੇ ਭੂਲੜਾ ਹੋਈ। ਜੇ ਹੋਏ ਭੂਲਾ ਜਾਏ ਕਹੀਐ, ਆਪ ਕਰਤਾ ਕਿਉਂ ਭੁੱਲੈ। ਸੁਣੇ ਦੇਖੇ ਬਾਝ ਕਹਿ, ਦਾਨ ਅਣ ਮੰਗਿਆ ਦੇਵੈ। ਦਾਨ ਦੇ ਦਾਤਾ ਜਗ ਵਿਧਾਤਾ, ਨਾਨਕ ਸੱਚਾ ਸੋਈ। ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ। ਪੰਨਾ 766। ਅਰਥ, ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਤਾਈਏ ਕਿਸੇ ਹੋਰ ਦੇ ਪਾਸ ਇਸ ਦੇ ਸਬੰਧ ਵਿੱਚ ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ। ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ, ਠੀਕ ਕਰਦਾ ਹੈ, ਉਹ ਖੁੰਝਿਆ ਹੋਇਆ ਨਹੀਂ ਹੈ। ਇਸ ਲਈ ਕਿਸੇ ਖੁੰਝਾਈ ਬਾਰੇ ਉਸ ਨੂੰ ਕੁਝ ਆਖਣ ਦੀ ਲੋੜ ਨਹੀਂ ਪੈਂਦੀ। ਜੇ ਉਹ ਕੁਝ ਖੁੰਝਿਆ ਹੋਵੇ ਤਾਂ ਤੇ ਜਾ ਕੇ ਕੁਝ ਆਖੀਏ ਵੀ, ਪਰ ਆਪ ਕਰਤਾ ਕੋਈ ਭੁੱਲ ਨਹੀਂ ਕਰ ਸਕਦਾ। ਉਹ ਅੰਤਰਜਾਮੀ ਸਭ ਜੀਵਾਂ ਦੇ ਮਨ ਵਿੱਚੋਂ ਉੱਠੀਆਂ ਅਰਦਾਸਾਂ ਸੁਣਦਾ ਹੈ ਅਤੇ ਸਭ ਜੀਵਾਂ ਦੇ ਕੀਤੇ ਕੰਮਾਂ ਨੂੰ ਵੇਖਦਾ ਹੈ। ਮੰਗਣ ਤੋਂ ਬਿਨਾਂ ਹੀ ਜਗਤ ਦੇ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ। ਉਹ ਸਿਰਜਣਹਾਰ ਹੀ ਸਦਾ ਸਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ। ਕੋਈ ਹੋਰ ਉਸ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਸਤਿਗੁਰਾਂ ਨੇ ਪ੍ਰਮਾਤਮਾ ਦੀਆਂ ਵਡਿਆਈਆਂ ਸਮਝਾਉਂਦਿਆਂ ਫਰਮਾਨ ਕੀਤਾ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਪੰਨਾ 84। ਦਾਤਾਰ ਏਡਾ ਦਿਆਲੂ ਹੈ ਕਿ ਬਿਨਾਂ ਮੰਗਿਆਂ ਬਿਨਾਂ ਪੁੱਛਿਆਂ ਦਾਤਾਂ ਦੇਈ ਜਾਂਦਾ ਹੈ। ਜੇ ਪੁੱਛਣ 'ਤੇ ਆਏ ਤਾਂ ਗੂੰਗਿਆਂ ਬੋਲਿਆਂ ਪਸ਼ੂ ਪੰਛੀਆਂ ਨੂੰ ਅਥਵਾ ਨਾਸਤਕਾਂ ਨੂੰ ਰਿਜ਼ਕ ਕਿੱਥੋਂ ਮਿਲੇ। ਪ੍ਰਭੂ ਦੀ ਇਸ ਵਡਿਆਈ ਨੂੰ ਦ੍ਰਿੜ ਕਰਾਉਣ ਲਈ ਸਤਿਗੁਰਾਂ ਦੇ ਹੋਰ ਫਰਮਾਨ ਇਸ ਪ੍ਰਕਾਰ ਹਨ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਪੰਨਾ 73। ਅਰਥ, ਹੇ ਪ੍ਰਭੂ, ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ ਮੈਂ ਦਿਨੇ ਰਾਤ ਸਲਾਹੁੰਦਾ ਹਾਂ। ਪੰਚਵੇਂ ਗੁਰੂ ਨਾਨਕ ਜੀ ਦਾ ਫਰਮਾਨ ਹੈ, ਪ੍ਰਭੂ ਜੀਵਾਂ ਦੇ ਮੰਗਣ ਤੋਂ ਪਹਿਲਾਂ ਹੀ ਹਰੇਕ ਦਾਤ ਬਖਸ਼ਣ ਵਾਲਾ ਹੈ। ਹੇ ਭਾਈ, ਉਸ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖ। ਸਰਬੇ ਥਾਨ ਥਨੰਤਰੀ, ਤੂੰ ਦਾਤਾ ਦਾਤਾਰ, ਜਹ ਦੇਖਾਂ ਤਹ ਏਕ ਤੂੰ, ਅੰਤ ਨਾ ਪਾਰਾਵਾਰ। ਥਾਨ ਥਨੰਤਰ ਰਵ ਰਹਿਆ, ਗੁਰ ਸ਼ਬਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ, ਵੱਡਾ ਅਗੰਮ ਅਪਾਰ। ਪੰਨਾ 934। ਅਰਥ, ਹੇ ਸਿਰਜਣਹਾਰ, ਤੂੰ ਹਰ ਥਾਂ ਮੌਜੂਦ ਹੈ। ਤੂੰ ਦਾਤਿਆਂ ਦਾ ਦਾਤਾ ਹੈ। ਮੈਂ ਜਿੱਧਰ ਵੇਖਦਾ ਤੂੰ ਹੀ ਤੂੰ ਹੈ। ਤੇਰਾ ਅੰਤ, ਤੇਰਾ ਉਰਲਾ ਪਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਵਿੱਚ ਜੁੜਿਆ ਹਰ ਥਾਂ ਉਹ ਗੋਪਾਲ ਹੀ ਵਿਆਪਕ ਨਜ਼ਰ ਆਉਣ ਲੱਗ ਜਾਂਦਾ ਹੈ। ਮੰਗਣ ਤੋਂ ਬਿਨਾਂ ਵੀ ਉਹ ਹਰੇਕ ਜੀਵ ਨੂੰ ਦਾਤਾਂ ਬਖਸ਼ਦਾ ਹੈ। ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਪੰਨਾ 463।
ਅਰਥ ਉਸ ਪ੍ਰਭੂ ਦੇ ਇਹ ਵੱਡੇ ਗੁਣ ਹਨ ਕਿ ਉਸ ਦਾ ਨਾਮ ਸਦਾ ਅਟਲ ਹੈ, ਕਿ ਉਸ ਦਾ ਆਸਣ ਅਡੋਲ ਹੈ, ਕਿ ਉਹ ਸਾਰੇ ਜੀਵਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ। ਰੱਬ ਦੀ ਇਹ ਇੱਕ ਉੱਚੀ ਸਿਫਤ ਹੈ ਕਿ ਕਿਸੇ ਦੀ ਸਲਾਹ ਲੈ ਕੇ ਜੀਵਾਂ ਨੂੰ ਦਾਤਾਂ ਨਹੀਂ ਦੇ ਰਿਹਾ, ਭਾਵ ਬਿਨਾਂ ਮੰਗਿਆਂ ਆਪਣੇ ਆਪ ਬੇਅੰਤ ਦਾਤਾਂ ਬਖਸ਼ਦਾ ਹੈ, ਕਿਉਂਕਿ ਉਸ ਵਰਗਾ ਹੋਰ ਹੈ ਹੀ ਕੋਈ ਨਹੀਂ। ਹੇ ਨਾਨਕ, ਰੱਬ ਦੀ ਕੁਦਰਤ ਬਿਆਨ ਨਹੀਂ ਕੀਤੀ ਜਾ ਸਕਦੀ। ਸਾਰੀ ਰਚਨਾ ਉਸ ਦੇ ਆਪਣੇ ਹੁਕਮ ਵਿੱਚ ਹੈ। ਨਿਤਾਣਿਆਂ ਨਿਆਸਰਿਆਂ ਤੇ ਸਦਾ ਦਇਆ ਕਰਨ ਵਾਲਾ ਅਪਾਰ ਦਇਆ ਦਾ ਖਜ਼ਾਨਾ ਪ੍ਰਭੂ ਜੀਵਾਂ ਦੇ ਐਬ ਵੇਖਦਾ ਹੋਇਆ ਵੀ ਉਹਨਾਂ ਨੂੰ ਪਦਾਰਥ ਦੇਈ ਜਾ ਰਿਹਾ ਹੈ। ਗੁਰਮਤਿ ਅਨੁਸਾਰ ਪਰਮਾਤਮਾ ਦੀ ਇੱਕ ਬੜੀ ਵੱਡੀ ਸਿਫਤ ਇਹ ਹੈ ਕਿ ਉਹ ਜੀਵਾਂ ਦੇ ਗੁਣਾਂ ਔਗਣਾਂ ਦੀ ਵਿਚਾਰ ਕੀਤੇ ਬਿਨਾਂ ਪੈਦਾ ਕੀਤੇ ਸਾਰੇ ਜੀਵਾਂ ਦੀ ਇੱਕਸਾਰ ਸੁਰਤ ਸੰਭਾਲ ਕਰਦਾ ਹੈ। ਜੇ ਧਰਮ ਅਸਥਾਨਾਂ ਦੇ ਰਾਹੀਂ ਕੀਤੀਆਂ ਅਰਦਾਸਾਂ 'ਤੇ ਹੀ ਰਿਜ਼ਕ ਨਿਰਭਰ ਹੁੰਦਾ ਹੈ ਤਾਂ ਨਾਸਤਕਾਂ ਦੇ ਸਾਰੇ ਦੇਸ਼ ਭੁੱਖੇ ਮਰ ਜਾਂਦੇ। ਅਜਿਹੇ ਨਿਰਵੈਰ ਅਤੇ ਸਰਬੱਤ ਦੇ ਪਿਤਾ ਪ੍ਰਭੂ ਦੀ ਸਦੀਵੀਂ ਯਾਦ ਮਨੁੱਖ ਨੂੰ ਸ਼ੁਭ ਗੁਣਾਂ ਦਾ ਭੰਡਾਰ ਬਣਾ ਦਿੰਦੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਪਜੀ ਸਾਹਿਬ। ਭਾਗ 7ਵਾਂ। ਪਹਿਲੋਂ ਦੇਤੈਂ ਰਿਜ਼ਕ ਸਮਾਹਾ। ਹਿੰਦੂਆਂ ਦੇ ਧਰਮ ਗ੍ਰੰਥਾਂ ਅਨੁਸਾਰ ਬ੍ਰਹਮਾ ਨੇ ਸ੍ਰਿਸ਼ਟੀ ਦੀ ਸਿਰਜਣਾ ਕਰਕੇ ਜੀਵ ਪੈਦਾ ਕੀਤੇ ਤਾਂ ਉਹਨਾਂ ਦੀ ਸੰਭਾਲ ਲਈ ਰਿਜ਼ਕ ਆਦਿ ਦਾ ਪ੍ਰਬੰਧ ਵਿਸ਼ਨੂੰ ਜੀ ਨੇ ਕੀਤਾ। ਪਰ ਗੁਰਮਤਿ ਦਾ ਫਰਮਾਨ ਹੈ ਕਿ ਸਿਰਜਣਹਾਰ ਪਰਮਾਤਮਾ ਨੇ ਜੀਵ ਪੈਦਾ ਕਰਨ ਤੋਂ ਪਹਿਲਾਂ ਆਪ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਰੇ ਪਦਾਰਥਾਂ ਦਾ ਪ੍ਰਬੰਧ ਕਰ ਲਿਆ ਸੀ। ਘਟ ਘਟ ਕਥਾ ਰਾਜਨ ਕੀ ਚਾਲੈ, ਘਰ ਘਰ ਤੁਝੇ ਉਮਾਹਾ, ਜੀ ਜੰਤ ਸਭ ਪਾਛੇ ਕਰਿਆ, ਪ੍ਰਥਮੇ ਰਿਜ਼ਕ ਸਮਾਹਾ। ਪੰਨਾ 1235। ਅਰਥ ਉਸ ਪ੍ਰਭੂ ਪਾਤਸ਼ਾਹ ਦੀ ਸਿਫਤ ਸਲਾਹ ਦੀ ਕਹਾਣੀ ਹਰੇਕ ਸਰੀਰ ਵਿੱਚ ਹੋ ਰਹੀ ਹੈ। ਹੇ ਪ੍ਰਭੂ, ਹਰੇਕ ਹਿਰਦੇ ਵਿੱਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ। ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਉਂਦਾ ਹੈ। ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਤੁਧ ਜੇਵੜ ਦਾਤਾ ਅਵਰ ਨ ਸੁਆਮੀ, ਲਵੇ ਨ ਕੋਈ ਲਾਵਣਿਆ। ਪੰਨਾ 130। ਅਰਥ ਹੈ ਪ੍ਰਭੂ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਉਸ ਦੇ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਹੇ ਸੁਆਮੀ, ਤੇਰੇ ਜਿੱਡਾ ਹੋਰ ਕੋਈ ਦਾਤਾ ਨਹੀਂ ਹੈ, ਤੇਰੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਬੱਚੇ ਦਾ ਜਨਮ ਹੋਣ ਤੋਂ ਪਹਿਲਾਂ ਹੀ ਮਾਂ ਦੇ ਥਣਾਂ ਵਿੱਚ ਦੁੱਧ ਬਣਨ ਦਾ ਪ੍ਰਬੰਧ ਹੋ ਚੁੱਕਾ ਹੁੰਦਾ ਹੈ। ਮਨੁੱਖ ਆਪਣੇ ਬੱਚੇ ਦੀ ਸੰਭਾਲ ਕਰਨ ਦੀ ਜੋ ਸਮਝ ਰੱਖਦਾ ਹੈ, ਉਹ ਸਮਝ ਪਸ਼ੂਆਂ ਵਿੱਚ ਨਹੀਂ। ਇਸ ਲਈ ਮਨੁੱਖ ਦੇ ਬੱਚੇ ਵਿੱਚ ਇੰਨੀ ਸਮਰੱਥਾ ਨਹੀਂ ਪਾਈ ਕਿ ਉਹ ਆਪਣੇ ਆਪ ਮਾਂ ਦੇ ਦੁੱਧ ਤੱਕ ਪੁੱਜ ਜਾਵੇ। ਪਰ ਪਸ਼ੂਆਂ ਦੇ ਬੱਚੇ ਜੰਮਦੇ ਹੀ ਆਪਣੀ ਮਾਂ ਦੇ ਥਣਾਂ ਤੱਕ ਪੁੱਜਣ ਦੀ ਸੋਝੀ ਵਾਲੇ ਹੁੰਦੇ ਹਨ। ਪੰਛੀਆਂ ਨੂੰ ਆਪਣੇ ਬੱਚੇ ਪਾਲ ਸਕਣ ਦੀ ਸਿਖਲਾਈ ਅਤੇ ਕੀਟ ਪਤੰਗਿਆਂ ਨੂੰ ਆਪਣੀ ਔਲਾਦ ਪਾਲ ਲੈਣ ਦੀ ਅੱਡ ਅੱਡ ਤਰ੍ਹਾਂ ਦੀ ਸੋਝੀ ਵੇਖ ਕੇ ਦੰਗ ਰਹਿ ਜਾਈਦਾ ਹੈ। ਆਪਣੇ ਆਪ ਹੀ ਮੂੰਹੋਂ ਨਿਕਲ ਜਾਂਦਾ ਹੈ ਕਿ ਹੇ ਸਿਰਜਣਹਾਰ, ਤੂੰ ਧੰਨ ਹੈ ਜਿਸ ਨੇ ਇਹਨਾਂ ਵਿੱਚ ਆਪਣੇ ਬੱਚੇ ਪਾਲ ਲੈਣ ਦੀ ਅਜਿਹੀ ਵਚਿੱਤਰ ਯੋਗਤਾ ਪਹਿਲਾਂ ਤੋਂ ਹੀ ਪਾ ਦਿੱਤੀ ਹੋਈ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਦੀ ਵਿਸ਼ਾਲ ਅਤੇ ਅਦਭੁਤ ਸਿਰਜਣਾ, ਕਈ ਰੰਗਾਂ ਦੇ ਜੀਵਾਂ ਦੀ ਪੈਦਾਇਸ਼ ਅਤੇ ਉਹਨਾਂ ਦੀ ਸੰਭਾਲ ਦਾ ਵਚਿੱਤਰ ਪ੍ਰਬੰਧ ਵੇਖ ਕੇ ਸਿਰਜਣਹਾਰ ਦੀ ਜੈ ਜੈਕਾਰ ਕੀਤੀ। ਸਤਿਗੁਰਾਂ ਦਾ ਇਹ ਫਰਮਾਨ ਅਸੀਂ ਸ੍ਰੀ ਆਸਾ ਜੀ ਕੀ ਵਾਰ ਵਿੱਚ ਕਈ ਵਾਰ ਸੁਣਿਆ ਅਤੇ ਪੜ੍ਹਿਆ ਹੈ। ਆਓ ਉਸ ਪਾਵਨ ਸ਼ਲੋਕ ਦੇ ਦਰਸ਼ਨ ਇੱਥੇ ਵੀ ਕਰ ਲਈਏ। ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਭੰਡਾਂ, ਅੰਡਜ ਜੇਰਜ ਉਤਪੁਜਾਂ, ਖਾਣੀ ਸੇਤ ਜਾਂ, ਸੋ ਮਿਤ ਜਾਣੇ ਨਾਨਕਾ, ਸਰਾਂ ਮੇਰਾ ਜਨਤਾ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਣਾ ਕੀਆ, ਚਿੰਤਾ ਵੀ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੁਆਰੀ ਸਵਸਤ ਤਿਸ, ਤਿਸ ਦੀਬਾਨ ਅਪਗ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਪੰਨਾ 467। ਅਰਥ ਮਨੁੱਖ, ਰੁੱਖ, ਤੀਰਥ, ਤੱਟ ਭਾਵ ਨਦੀਆਂ, ਬੱਦਲ, ਖੇਤ, ਦੀਪ, ਲੋਕ ਮੰਡਲ, ਖੰਡ ਬ੍ਰਹਿਮੰਡ, ਸਰੋਵਰ ਆਦਿ, ਪਰਬਤ, ਚਾਰੇ ਖਾਣੀਆਂ ਦੇ ਜੀਵ ਜੰਤ,
ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹ ਪ੍ਰਭੂ ਜਾਣਦਾ ਹੈ, ਜਿਸ ਨੇ ਇਹ ਸਭ ਪੈਦਾ ਕੀਤੇ ਹਨ। ਇਹ ਨਾਨਕ, ਸਾਰੇ ਜੀਵ ਜੰਤ ਪੈਦਾ ਕਰਕੇ ਪ੍ਰਭੂ ਉਹਨਾਂ ਸਭਨਾਂ ਦੀ ਪਾਲਣਾ ਵੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਉਸ ਦੀ ਪਾਲਣਾ ਦਾ ਫਿਕਰ ਵੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹ ਇਹਨਾਂ ਦਾ ਖਿਆਲ ਰੱਖਦਾ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਦੀ ਜੈ ਜੈਕਾਰ ਆਖਦਾ ਹਾਂ। ਉਸ ਪ੍ਰਭੂ ਦਾ ਆਸਰਾ ਜੀਵਾਂ ਵਾਸਤੇ ਸਦਾ ਅਟਲ ਹੈ। ਹੇ ਨਾਨਕ, ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਟਿੱਕਾ ਜਨੇਊ ਆਦਿਕ ਧਾਰਮਿਕ ਭੇਖ ਕਿਸੇ ਅਰਥ ਨਹੀਂ। ਰੱਬੀ ਰਿਜ਼ਕ ਦੇ ਭੰਡਾਰੇ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਿਰਜਣਹਾਰ ਪ੍ਰਭੂ ਨੇ ਰਿਜ਼ਕ ਦੇ ਭੰਡਾਰੇ ਇੱਕੋ ਵਾਰੀ ਹੀ ਭਰ ਦਿੱਤੇ ਹੋਏ ਹਨ ਅਤੇ ਪਹਿਲਾਂ ਵਿਚਾਰੇ ਸ਼ਬਦ ਵਿੱਚ ਤੋਕ ਆਈ ਹੈ, ਜੋ ਦੀਨੋ ਸੋ ਏਕੈ ਬਾਰ। ਇਸੇ ਸ਼ਬਦ ਨੂੰ ਸਪਸ਼ਟ ਕਰਨ ਲਈ ਇਹ ਗੁਰੂ ਫਰਮਾਨ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਪੰਨਾ 7। ਅਰਥ, ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ। ਭਾਵ ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ। ਜੋ ਕੁਝ ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿੱਚ ਪਾਇਆ ਹੈ, ਇੱਕੋ ਵਾਰੀ ਹੀ ਪਾ ਦਿੱਤਾ ਹੋਇਆ ਹੈ। ਭਾਵ ਉਸ ਦੇ ਉਹ ਭੰਡਾਰੇ ਸਦਾ ਅਖੁੱਟ ਹਨ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਇਹ ਨਾਨਕ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ ਇਹ ਕਾਰ ਸਦਾ ਅਟਲ ਹੈ, ਉਕਾਈ ਤੋਂ ਖਾਲੀ ਹੈ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ, ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਪੰਨਾ 1190। ਅਰਥ, ਹਰੇਕ ਸਰੀਰ ਵਿੱਚ ਤੇਰੀ ਹੀ ਜੋਤ ਵਿਆਪਕ ਹੈ। ਇਹ ਸਾਰੇ ਜੀਵ ਤੇਰਾ ਲਸ਼ਕਰ ਹਨ ਤੇ ਇਹਨਾਂ ਜੀਵਾਂ ਉੱਤੇ ਤੇਰਾ ਬਣਾਇਆ ਧਰਮ ਨਿਆਂ ਵਾਲਾ ਹੁਕਮ ਸਰਦਾਰੀ ਕਰਦਾ ਹੈ। ਤੂੰ ਆਪ ਹੀ ਇਸ ਲਸ਼ਕਰ ਦੀ ਪਾਲਣਾ ਵਾਸਤੇ ਧਰਤੀ ਰੂਪ ਦੇਗ ਬਣਾ ਦਿੱਤੀ ਹੈ, ਜਿਸ ਵਿੱਚੋਂ ਇੱਕੋ ਵਾਰੀ ਭਾਵ ਅਖੁੱਟ ਭੰਡਾਰਾ ਮਿਲਦਾ ਹੈ। ਹਰੇਕ ਜੀਵ ਦੀ ਪ੍ਰਲਬਧ ਅਨੁਸਾਰ ਤੇਰਾ ਭੰਡਾਰਾ ਵਰਤ ਰਿਹਾ ਹੈ। ਭਾਵ ਹਰ ਕੋਈ ਆਪਣੇ ਕਰਮਾਂ ਅਨੁਸਾਰ ਰਿਜ਼ਕ ਪ੍ਰਾਪਤੀ ਕਰੀ ਜਾ ਰਿਹਾ ਹੈ। ਉਸੇ ਧਰਤੀ ਵਿੱਚੋਂ ਕਿਸੇ ਦੀ ਫਸਲ ਵੱਧ ਤੇ ਕਿਸੇ ਦੀ ਘੱਟ, ਸਭ ਕਿਰਤ ਕਰਮਾਂ ਦਾ ਅਤੇ ਰੱਬੀ ਮਿਹਰ ਨਿਆਂ ਦਾ ਫਲ। ਭਾਗ 8ਵਾਂ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਗੁਰਮੁਖ ਉਸ ਨੂੰ ਜਾਣਿਆ ਜਾਂਦਾ ਹੈ ਜੋ ਸਦਾ ਆਪਣੇ ਸਤਿਗੁਰਾਂ ਦੇ ਕਹੇ ਵਿੱਚ ਰਹਿੰਦਾ ਹੈ, ਅਥਵਾ ਜੋ ਸਦਾ ਆਪਣੇ ਗੁਰੂ ਦੀ ਮੱਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਅਜਿਹੇ ਗੁਰਮੁਖ ਜਨ ਸਦਾ ਆਤਮਿਕ ਜੀਵਨ ਅਮਰ ਬਣਾ ਲੈਣ ਦੀ ਹੀ ਲਾਲਸਾ ਕਰਦੇ ਹਨ। ਅਮਰਾ ਪਦ ਅੰਮ੍ਰਿਤ ਪਦਾਰਥੋਂ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਅਜਿਹਾ ਅੰਮ੍ਰਿਤ ਜਲ ਕੇਵਲ ਪ੍ਰਭੂ ਨਾਮ ਹੀ ਹੈ। ਨਾਮ ਪਦਾਰਥ ਦੀ ਮੰਗ ਕਰਨ ਦੀ ਜਾਚ ਦੱਸਦਿਆਂ ਮੇਰਾਂ ਦੇ ਮਾਲਕ ਨੇ ਫਰਮਾਇਆ, ਅਬ ਤਬ ਅਵਰ ਨਾ ਮੰਗੂ ਹਰ ਪੈ, ਨਾਮ ਨਿਰੰਜਨ ਦੀਜੇ ਪਿਆਰ, ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਰ ਜਨ ਦੀਜੈ ਕਿਰਪਾ ਤਾਰ। ਪੰਨਾ 504। ਗੁਰਮੁਖ ਉਹ ਹੈ ਜਿਸ ਨੇ ਅਜਿਹੀ ਮੰਗ ਕਦੇ ਨਹੀਂ ਕਰਨੀ ਜਿਸ ਤੋਂ ਆਤਮਿਕ ਮੌਤ ਹੁੰਦੀ ਹੋਵੇ। ਗੁਰਮੁਖਾਂ ਨੂੰ ਨਾਸਵੰਤ ਪਦਾਰਥਾਂ ਦੀ ਮੰਗ ਕਰਨ ਦੀ ਲੋੜ ਹੀ ਨਹੀਂ ਹੁੰਦੀ। ਸੁਕ੍ਰਿਤ ਕਰਕੇ ਆਪਣਾ ਨਿਰਵਾਹ ਕਰਨ ਵਿੱਚ ਸੁੱਖ ਮਾਣ ਰਹੇ ਗੁਰਮੁਖ ਨੇ ਸਦਾ ਉਹੀ ਮੰਗ ਕਰਨੀ ਹੈ ਜਿਸ ਤੋਂ ਮਨ ਦੀ ਭੁੱਖ ਮਿਟਦੀ ਹੋਵੇ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪੰਨਾ 958। ਗੁਰਮੁਖ ਦਾ ਵਿਸ਼ਵਾਸ ਬਣ ਚੁੱਕਾ ਹੁੰਦਾ ਹੈ ਕਿ ਪ੍ਰਭੂ ਨਾਮ ਦੇ ਥਾਂ ਕੁਝ ਹੋਰ ਮੰਗਣਾ ਬਿਖ ਮਾਇਆ ਦਾ ਚਸਕਾ ਹੈ ਜੋ ਸਵਾਹ ਤੁਲ ਹੈ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਬਿਖਿਆ ਰਸ ਛਾਰ। ਪੰਨਾ 962। ਗੁਰਮੁਖ ਪ੍ਰਭੂ ਤੋਂ ਪਹਿਲਾਂ ਅਜਿਹੇ ਗੁਰੂ ਦੇ ਮਿਲਾਪ ਦੀ ਮੰਗ ਕਰਦਾ ਹੈ ਜਿਸ ਦੀ ਸਿੱਖਿਆ ਤੋਂ ਜੀਵਨ ਜੁਗਤ ਸੌਰ ਜਾਂਦੀ ਹੈ। ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗੂ ਦਾਨ ਪਿਆਰੇ, ਸਤਿਗੁਰ ਕੀ ਨਿਤ ਸ਼ਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਪੰਨਾ 982। ਅਗਲੇ ਗੁਰੂ ਸ਼ਬਦ ਦੀ ਇੱਕ ਤੁਕ ਬਾਰਕ ਵਾਂਗੀ ਹਉ ਸਭ ਕਿਛ ਮੰਗਾਂ ਲੈ ਕੇ ਕਈ ਵਾਰੀ ਇਹ ਭਰਮ ਪਾਇਆ ਜਾ ਰਿਹਾ ਹੁੰਦਾ ਹੈ
ਕਿ ਸਤਿਗੁਰਾਂ ਨੇ ਪ੍ਰਮਾਤਮਾ ਕੋਲੋਂ ਸਭ ਕੁਝ ਮੰਗਣ ਦਾ ਉਪਦੇਸ਼ ਵੀ ਦਿੱਤਾ ਹੈ ਅਤੇ ਨਾਮ ਤੋਂ ਬਿਨਾਂ ਹੋਰ ਕੁਝ ਮੰਗਣ ਨੂੰ ਦੁੱਖਾਂ ਸਿਰ ਦੁੱਖ ਵੀ ਕਿਹਾ ਹੈ। ਸੋ ਇੱਕ ਤਰ੍ਹਾਂ ਨਾਲ ਆਪਣੀ ਮਰਜ਼ੀ ਦੀ ਮੰਗ ਕਰਨ ਦੀ ਪੂਰੀ ਖੁੱਲ੍ਹ ਹੈ। ਅਜਿਹੇ ਭਰਮ ਭੁਲੇਖੇ ਤਦ ਹੀ ਪੈਂਦੇ ਹਨ ਜਦ ਅਸੀਂ ਪੂਰੇ ਸ਼ਬਦ ਦੇ ਆਸ਼ੇ ਨੂੰ ਨਾ ਸਮਝ ਕੇ ਕੇਵਲ ਇੱਕ ਤੁਕ ਨੂੰ ਹੀ ਗੁਰਮਤਿ ਸਿਧਾਂਤ ਮੰਨ ਬੈਠਦੇ ਹਾਂ। ਆਓ ਬਾਲਕ ਵਾਂਗ ਸਭ ਕੁਝ ਮੰਗਣ ਦਾ ਭੇਦ ਸਮਝੀਏ। ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬਿਧ ਧਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਬਾਰਕ ਵਾਂਗੀ ਹਉ ਸਭ ਕਿਛ ਮੰਗਾ, ਦੇਂਦੇ ਤੋਟ ਨਾਹੀ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਪੰਨਾ 98। ਅਰਥ, ਜੀਵ ਨੂੰ ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਨਾਮ ਤੋਂ ਖੁੰਝੇ ਹੋਏ ਜੀਵ ਉੱਤੇ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ ਤੇ ਜੀਵ ਕਈ ਢੰਗਾਂ ਨਾਲ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਨੂੰ ਨਾਮ ਦੀ ਦਾਤ ਦਿੰਦਾ ਹੈ, ਉਹ ਨਾਮ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ। ਪਰ ਇਹ ਨਾਮ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ। ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ। ਉਸ ਦੀ ਮਿਹਰ ਨਾਲ ਜਦੋਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਮੇਰੇ ਅੰਦਰੋਂ ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ। ਮੇਰਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ। ਚਿੰਤਾ ਹਉਮੈ ਆਦਿਕ ਰੋਗਾਂ ਤੋਂ ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ। ਜਦੋਂ ਗੁਰੂ ਦੇ ਕਹੇ ਅਨੁਸਾਰ ਚੱਲ ਕੇ ਮੇਰੇ ਜੀਵਨ ਦੀ ਹਾਲਤ ਏਡੀ ਉੱਚੀ ਹੋ ਜਾਂਦੀ ਹੈ, ਤਦੋਂ ਪਰਮਾਤਮਾ ਦੇ ਨਾਲ ਮੇਰੀ ਅਜਿਹੀ ਨੇੜਤਾ ਬਣ ਜਾਂਦੀ ਹੈ ਕਿ ਮੈਂ ਇਆਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ। ਨਾਮਦਾਨ ਅਤੇ ਸਾਧੂ ਦੀ ਚਰਨ ਧੂੜ ਹੀ ਫਿਰ ਸਭ ਕੁਝ ਬਣ ਚੁੱਕਾ ਹੁੰਦਾ ਅਤੇ ਉਹ ਸਦਾ ਮੈਨੂੰ ਨਾਮਦਾਨ ਅਤੇ ਸਤਿਗੁਰਾਂ ਦੀ ਸੰਗਤ ਦਿੰਦਾ ਰਹਿੰਦਾ ਹੈ ਤੇ ਪ੍ਰਭੂ ਦੀਆਂ ਦਿੱਤੀਆਂ ਇਹਨਾਂ ਅਮੋਲਕ ਦਾਤਾਂ ਵੱਲੋਂ ਮੈਨੂੰ ਕਦੇ ਤੋਟ ਨਹੀਂ ਆਉਂਦੀ। ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ। ਮੈਂ ਉਹਨਾਂ ਦੇ ਚਰਨਾਂ 'ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਉਂਦਾ ਰਹਿੰਦਾ ਹਾਂ। ਭਾਵ ਮੈਂ ਸਦਾ ਆਪਣੀਆਂ ਭੁੱਲਾਂ ਦਾ ਚੇਤਾ ਕਰ ਕਰਕੇ ਪ੍ਰਭੂ ਤੋਂ ਖਿਮਾ ਦੀ ਅਤੇ ਸੁਮੱਤ ਬਖਸ਼ਣ ਦੀ ਅਰਦਾਸ ਕਰਦਾ ਹੀ ਰਹਿੰਦਾ ਹਾਂ। ਮੈਂ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਕੁਰਬਾਨ ਜਾਂਦਾ ਹਾਂ। ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਹੇ ਨਾਨਕ, ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਦੇ ਕੇ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਆਨੰਦ ਦਾ ਘਰ ਬਣ ਜਾਂਦੇ ਹਨ। ਪਹਿਲਾਂ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪ੍ਰਭੂ ਨਾਲ ਸਾਂਝ ਬਣਾ ਲਈਏ ਤਾਂ ਫਿਰ ਮਾਇਆ ਦੇ ਬੰਧਨ ਹੀ ਕੱਟੇ ਗਏ ਤਾਂ ਇਆਣੇ ਵਾਂਗ ਭਾਵ ਬਾਲ ਬੁੱਧ ਨਾਲ ਜੋ ਮੰਗ ਕੀਤੀ ਜਾਂਦੀ ਹੈ ਉਸ ਦਾ ਗਿਆਨ ਆਪਣੇ ਆਪ ਹੋ ਜਾਵੇਗਾ। ਬਾਲ ਬੁੱਧ ਪੂਰਨ ਸੁਖ ਦਾਤਾ, ਨਾਨਕ ਹਰ ਹਰ ਟੇਕ। ਪੰਨਾ 714। ਤਿਨ ਕੀ ਸ਼ਰਨ ਪਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਕੋ, ਤਿਸ ਪ੍ਰਭ ਅਗੰਮ ਅਗਾਧੇ ਜੀਓ। ਪੰਨਾ 102। ਕੌਣ ਉਪਮਾ ਤੇਰੀ ਕਹੀ ਜਾਏ, ਸੁਖ ਦਾਤਾ ਪ੍ਰਭ ਰਹਿਓ ਸਮਾਏ, ਨਾਨਕ ਜਾਚੈ ਏਕ ਦਾਨ, ਕਰ ਕਿਰਪਾ ਮੋਹਿ ਦੇਵੋ ਨਾਮ। ਪੰਨਾ 1181। ਪਿੱਛੇ ਵੀ ਅਸਾਂ ਪੜ੍ਹਿਆ ਹੈ ਕਿ ਦਾਨ ਸਦਾ ਕਮਜ਼ੋਰ ਅਤੇ ਨਿਤਾਣੇ ਲੋੜਵੰਦ ਨੂੰ ਕੀਤਾ ਜਾਂਦਾ ਹੈ। ਗੁਰੂ ਜਾਂ ਪਰਮੇਸ਼ਰ ਨੂੰ ਜਾਂ ਪਰਮੇਸ਼ਰ ਦੇ ਨਾਂ 'ਤੇ ਕਿਸੇ ਧਰਮ ਪ੍ਰਚਾਰਕ ਨੂੰ ਜਾਂ ਇਸ਼ਟ ਨੂੰ ਖੁਸ਼ ਕਰਕੇ ਕੋਈ ਮਨ ਇੱਛਿਆ ਫਲ ਪਾਉਣ ਦੀ ਲਾਲਸਾ ਨਾਲ ਕਿਸੇ ਧਰਮ ਅਸਥਾਨ ਨੂੰ ਦਾਨ ਦੇਣ ਵਾਲੇ ਦਾਨੀ ਮਨੁੱਖ ਹੰਕਾਰੀ ਮੂਰਖ ਤਾਂ ਬੇਸ਼ੱਕ ਸਮਝੇ ਜਾਣਗੇ, ਪਰ ਪ੍ਰਭੂ ਦੇ ਦਰ 'ਤੇ ਪੁੰਨੀ ਜਾਂ ਧਰਮੀ ਕਦੇ ਨਹੀਂ ਮੰਨੇ ਜਾ ਸਕਦੇ। ਵਿਚਾਰ ਅਧੀਨ ਇਹਨਾਂ ਗੁਰੂ ਸ਼ਬਦਾਂ ਵਿੱਚ ਅਸੀਂ ਵੇਖ ਰਹੇ ਹਾਂ ਕਿ ਹਰ ਪਾਵਨ ਸ਼ਬਦ ਵਿੱਚ ਪਰਮਾਤਮਾ ਕੋਲੋਂ ਦਾਨ ਹੀ ਮੰਗਿਆ ਜਾ ਰਿਹਾ ਹੈ ਅਥਵਾ ਪਰਮਾਤਮਾ ਜੀਵਾਂ ਨੂੰ ਸਦਾ ਦਾਨ ਦਿੰਦਾ ਹੀ ਨਜ਼ਰ ਆ ਰਿਹਾ ਹੈ।
ਕਿ ਫਿਰ ਪਰਮਾਤਮਾ ਦਾਨ ਦੇ ਕੇ ਪੁੰਨ ਖੱਟ ਰਿਹਾ ਹੈ ਕਿ ਜਾਂ ਸਾਡੇ ਗਰੀਬਾਂ ਲੋੜਵੰਦਾਂ 'ਤੇ ਤਰਸ ਅਤੇ ਮਿਹਰ ਕਰ ਰਿਹਾ ਹੈ। ਭਾਵ ਦਾਨ ਸਦਾ ਨਿਤਾਣੇ ਅਤੇ ਲੋੜਵੰਦ ਗਰੀਬ ਨੂੰ ਦਿੱਤਾ ਜਾਂਦਾ ਹੈ। ਗੁਰੂ ਘਰ ਜਾਂ ਮੰਦਰ ਕਿਸੇ ਨਿਤਾਣੇ ਦਾ ਡੇਰਾ ਨਹੀਂ ਹੈ। ਉੱਥੇ ਨਿਮਰਤਾ ਨਾਲ ਤਿਲ ਫੁੱਲ ਭੇਟਾ ਕਰਨਾ ਹੋਰ ਗੱਲ ਹੈ। ਮਾਇਆ ਭੇਟਾ ਕਰਨੀ, ਮਾਇਕ ਪਦਾਰਥ ਦਾਨ ਵਜੋਂ ਦੇਣੇ ਜਾਂ ਭੇਟਾ ਕਰਨੇ ਬਿਲਕੁਲ ਹੀ ਹੋਰ ਗੱਲ ਹੈ। ਗੁਰਮਤਿ ਦੇ ਇਸ ਨਿਯਮ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਬ੍ਰਾਹਮਣ ਦੀ ਚਲਾਈ ਦਾਨ ਪ੍ਰਥਾ ਨੂੰ ਸਿੱਖ ਜਗਤ ਵਿੱਚੋਂ ਕੱਢ ਕੇ ਦਸਵੰਧ ਪ੍ਰਥਾ ਚਲਾਉਣੀ ਖਾਲਸਾਈ ਸ਼ਾਨ ਹੈ। ਗੁਰਦੇਵ ਜੀ ਸਾਨੂੰ ਕਿਹੋ ਜਿਹਾ ਜਾਚਕ ਅਥਵਾ ਪ੍ਰਭੂ ਦਰਬਾਰ ਦਾ ਕਿਸ ਤਰ੍ਹਾਂ ਦਾ ਮੰਗਤਾ ਬਣਾ ਰਹੇ ਹਨ, ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਨ ਲਈ ਆਓ ਗੁਰਬਾਣੀ ਵਿਚਾਰ ਨਾਲ ਜੁੜੀਏ। ਪੰਚਮ ਪਾਤਸ਼ਾਹ ਜੀ ਪਰਮੇਸ਼ਰ ਕੋਲੋਂ ਦਾਨ ਮੰਗਣ ਦੀ ਜਾਚ ਸਿਖਾ ਰਹੇ ਹਨ। ਕਬੂ ਨਾ ਬਿਸਰੇ ਹੀਏ ਮੋਰੇ ਤੇ ਨਾਨਕ ਦਾਸ ਇਹੀ ਮੰਗਾ। ਪੰਨਾ 824। ਤੁਮ ਦਇਆਲ ਸ਼ਰਨ ਪ੍ਰਤਪਾਲਕ ਮੋਕੋ ਦੀਜੇ ਦਾਨ ਹਰ ਜਾਚੇ। ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ। ਪੰਨਾ 169। ਸਭ ਕਿਛ ਤੇਰਾ ਤੂੰ ਕਰਨੇ ਹਾਰ ਅੰਤ ਨਾਹੀ ਕਿਛ ਪਾਰਾਵਾਰ। ਦਾਸ ਆਪਣੇ ਕੋ ਦੀਜੈ ਦਾਨ ਕਬੂ ਨਾ ਵਿਸਰੇ ਨਾਨਕ ਨਾਮ। ਪੰਨਾ 178। ਕਿ ਜਾਚਕ ਨੇ ਸਿਰਜਣਹਾਰ ਨੂੰ ਹੀ ਦਾਨ ਵਿੱਚ ਮੰਗ ਲਿਆ। ਮਾਲ ਖਜ਼ਾਨਾ ਥੇ ਘਰ ਹਰ ਕੇ ਚਰਨ ਨਿਧਾਨ। ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੈ ਦਾਨ। ਪੰਨਾ 218। ਅਰਥ ਪਰਮਾਤਮਾ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ। ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ, ਖਜ਼ਾਨਾ ਹੈ। ਜੀਵ ਵਾਸਤੇ ਅਸਲੀ ਵਸੋਂ ਹੈ ਤੇ ਘਰ ਹੈ। ਹੇ ਪ੍ਰਭੂ, ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ ਵਜੋਂ ਮੰਗਦਾ ਹੈ। ਪੰਚਮ ਪਾਤਸ਼ਾਹ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਪਰਮਾਤਮਾ ਕੋਲੋਂ ਦਾਨ ਮੰਗਣ ਦੀ ਜਾਚ ਸਾਨੂੰ ਸਿਖਾਉਣ ਲਈ ਫਰਮਾਨ ਕਰਦੇ ਹਨ। ਜਿਸ ਤੇ ਸੁਖ ਪਾਵੇਂ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਾਂ ਨਾਨਕ ਕੋ ਹਰ ਦਾਨ ਇੱਕ ਦੀਜੈ ਨਿਤ ਬਸੈ ਹਿਰਦੇ ਹਰੀ ਮੋਹਿ ਚਰਨਾ। ਪੰਨਾ 861। ਆਲ ਜਾਲ ਬੇਕਾਰ ਤਜ ਸਭ ਹਰ ਗੁਣਾ ਨਿਤ ਗਾਓ। ਕਰ ਜੋੜ ਨਾਨਕ ਦਾਨ ਮੰਗੇ ਦੇਹੁ ਆਪਣਾ ਨਾਉ। ਪੰਨਾ 988। ਅਰਥ ਘਰਾਂ ਦੇ ਜੰਜਾਲ ਭਾਵ ਮਾਇਆ ਦੇ ਮੋਹ ਦੇ ਬੰਧਨ ਛੱਡ ਕੇ ਵਿਕਾਰਾਂ ਨੂੰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਨਾਨਕ ਦਾਸ ਤਾਂ ਆਪਣੇ ਹੱਥ ਜੋੜ ਕੇ ਇਹੀ ਦਾਨ ਮੰਗਦਾ ਹੈ ਕਿ ਹੇ ਪ੍ਰਭੂ, ਮੈਨੂੰ ਆਪਣਾ ਨਾਮ ਦੇ। ਹਿਰਦੇ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ। ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮਇਆ ਧਾਰ। ਨਾਨਕ ਮੰਗੇ ਨਾਮਦਾਨ ਤਜ ਮੋਹ ਭਰਮ ਸਗਲ ਅਭਿਮਾਨ। ਪੰਨਾ 1305। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ। ਨਾਨਕ ਮੰਗੇ ਦਾਨ ਪ੍ਰਭ ਰੇਨ ਪੱਗ ਸਾਧਾ। ਪੰਨਾ 678। ਅਰਥ ਹੇ ਦਇਆ ਦੇ ਘਰ ਪ੍ਰਭੂ, ਮੈਨੂੰ ਉਹ ਸਮਝ ਬਖਸ਼ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ, ਨਾਨਕ ਤੇਰੇ ਪਾਸੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ। ਪੰਨਾ 738। ਜਗਤ ਉਦਾਹਰਨ ਸਾਧ ਪ੍ਰਭ ਤਿਨ ਲਾਗੋ ਪਾਲ। ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ। ਪੰਨਾ 811। ਕਰ ਕਿਰਪਾ ਮੇਰੇ ਦੀਨ ਦਇਆਲਾ ਸਾਧੂ ਕੀ ਮਨ ਮੰਗੇ ਰਵਾਲਾ। ਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ। ਪੰਨਾ 866। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਤੀਜੇ ਕਾਂਡ ਦਾ 6ਵਾਂ 7ਵਾਂ ਅਤੇ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।